ਆਪਣੇ ਪੁੱਤਰ ਤੇ ਨੂੰਹ ਦੇ ਰੋਜ਼ ਦੇ ਝਗੜੇ ਤੋਂ ਪਰੇਸ਼ਾਨ ਹੋ ਕੇ ਨੇਕ ਚੰਦ ਜੀ ਆਪਣੇ ਕਮਰੇ ਵਿੱਚ ਜਾ ਕੇ ਆਪਣਾ ਬੈਗ ਕੱਢਣ ਲੱਗੇ। ਉਸ ਵਿੱਚ ਆਪਣੇ ਕੁਝ ਕੱਪੜੇ ਰੱਖੇ ਤੇ ਉਦਾਸ ਮਨ ਨਾਲ ਆਪਣੀ ਪਤਨੀ ਦੀ ਤਸਵੀਰ ਨੂੰ ਚੱਕਿਆ ਤੇ ਬੋਲੇ, ਕਿੰਨੇ ਚਾਵਾਂ ਨਾਲ ਪਾਲ ਕੇ ਵੱਡਾ ਕੀਤਾ ਸੀ ਆਪਾਂ ਆਪਣੇ ਇਕਲੌਤੇ ਲਾਡਲੇ ਪੁੱਤ ਨੂੰ। ਇਹ ਕਹਿੰਦੇ ਹੀ ਉਹ ਰੋ ਪਏ, ਪਰ ਫਿਰ ਸੋਚਣ ਲੱਗੇ ਕਿ ਨਹੀਂ, ਇਹ ਕਮਜ਼ੋਰ ਪੈਣ ਦਾ ਸਮਾਂ ਨਹੀਂ ਹੈ। ਉਹਨਾਂ ਨੇ ਆਪਣੀਆਂ ਅੱਖਾਂ ਦੇ ਹੰਝੂ ਪੂੰਝਦੇ ਹੋਏ ਆਪਣੀ ਪਤਨੀ ਦੀ ਤਸਵੀਰ ਨੂੰ ਵੇਖ ਕੇ ਆਪਣੇ ਬੈਗ ਵਿੱਚ ਰੱਖਿਆ ਤੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜੋ ਬਿਰਧ ਆਸ਼ਰਮ ਵਿੱਚ ਰਹਿੰਦਾ ਸੀ, ਪਰ ਇਹ ਗੱਲ ਨਾਲ ਉਹਨਾਂ ਨੂੰ ਦੱਸਿਆ ਕਿ ਹੁਣ ਉਹ ਵੀ ਬਿਰਧ ਆਸ਼ਰਮ ਵਿੱਚ ਹੀ ਰਹਿਣਾ ਚਾਹੁੰਦੇ ਨੇ। ਇੰਨੀ ਗੱਲ ਸੁਣਦੇ ਹੀ ਉਹਨਾਂ ਦਾ ਦੋਸਤ ਹਰਚੰਦ ਸਿੰਘ ਸੁੰਨ ਜਿਹਾ ਹੋ ਗਿਆ। ਉਹਦੇ ਕੋਲ ਪੁੱਛਣ ਲਈ ਕੋਈ ਸ਼ਬਦ ਨਹੀਂ ਬਚਿਆ ਸੀ। ਨੇਕ ਚੰਦ ਜੀ ਨੇ ਕੇਵਲ ਇੰਨਾ ਹੀ ਕਿਹਾ ਕਿ ਮੈਂ ਰੋਜ਼-ਰੋਜ਼ ਦੇ ਕਲੇਸ਼ ਤੋਂ ਤੰਗ ਆ ਗਿਆ ਹਾਂ ਤੇ 1 ਘੰਟੇ ਵਿੱਚ ਤੇਰੇ ਕੋਲ ਪਹੁੰਚ ਜਾਊਂਗਾ। ਜਿਸ ਸਮੇਂ ਉਹ ਆਪਣਾ ਘਰ ਛੱਡ ਕੇ ਆਪਣਾ ਬੈਗ ਲੈ ਕੇ ਨਿਕਲਣ ਲੱਗੇ, ਨੂੰਹ ਆਪਣੇ ਕਮਰੇ ਵਿੱਚ ਬੈਠ ਕੇ ਚਾਹ ਤੇ ਸਨੈਕਸ ਦਾ ਆਨੰਦ ਲੈ ਰਹੀ ਸੀ। ਪਰ ਨੂੰਹ ਤੇ ਪੁੱਤ ਦੋਨਾਂ ਵਿੱਚੋਂ ਕਿਸੇ ਨੇ ਨਹੀਂ ਪੁੱਛਿਆ ਕਿ ਤੁਸੀਂ ਇਹ ਸਮਾਨ ਲੈ ਕੇ ਕਿੱਥੇ ਜਾ ਰਹੇ ਹੋ, ਤੇ ਨਾ ਹੀ ਕਿਸੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰੋਜ਼-ਰੋਜ਼ ਦੇ ਅਪਮਾਨ ਤੇ ਬੇਇੱਜ਼ਤੀ ਭਰੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਕੇ ਨੇਕ ਚੰਦ ਜੀ ਬਿਰਧ ਆਸ਼ਰਮ ਵਿੱਚ ਪਹੁੰਚ ਗਏ। ਥੋੜੇ ਸਮੇਂ ਵਿੱਚ ਹੀ ਬਿਰਧ ਆਸ਼ਰਮ ਵਿੱਚ ਉਹਨਾਂ ਦੇ ਬਹੁਤ ਸਾਰੇ ਮਿੱਤਰ ਬਣ ਗਏ। ਉਹ ਸਭ ਦੇ ਨਾਲ ਦੁੱਖ ਸੁੱਖ ਵੰਡਦੇ, ਗੱਲਾਂ ਕਰਦੇ, ਰੋਜ਼ ਸਵੇਰੇ ਐਕਸਰਸਾਈਜ਼ ਵੀ ਕਰਦੇ। ਹੌਲੀ-ਹੌਲੀ ਨੇਕ ਚੰਦ ਜੀ ਨੂੰ ਆਸ਼ਰਮ ਵਿੱਚ ਹੀ ਚੰਗਾ ਮਹਿਸੂਸ ਹੋਣ ਲੱਗਾ। ਘਰ ਦੀ ਤੁਲਨਾ ਵਿੱਚ ਉਹਨਾਂ ਨੂੰ ਬਿਰਧ ਆਸ਼ਰਮ ਸਕੂਨ ਦੇ ਰਿਹਾ ਸੀ। ਸਾਰੇ ਲੋਕ ਇਕੱਠੇ ਖਾਣਾ ਖਾਂਦੇ ਸੀ, ਜਦ ਕਿ ਘਰ ਵਿੱਚ ਰੋਜ਼ ਦੇ ਕਲੇਸ਼ ਨਾਲ ਨੇਕ ਚੰਦ ਜੀ ਦਾ ਦਿਲ ਟੁਕੜੇ-ਟੁਕੜੇ ਹੋ ਗਿਆ ਸੀ। ਉਹ ਹਮੇਸ਼ਾ ਆਪਣੀ ਪਤਨੀ ਦੀ ਤਸਵੀਰ ਨਾਲ ਗੱਲਾਂ ਕਰਦੇ ਕਹਿੰਦੇ ਸੀ ਕਿ ਉਹ ਵੀ ਛੱਡ ਕੇ ਚਲੀ ਗਈ, ਪਰ ਉਸਦੇ ਪੁੱਤਰ ਨੇ ਵੀ ਮੇਰਾ ਸਾਥ ਨਾ ਦਿੱਤਾ, ਜਿਸ ਦੇ ਲਈ ਮੈਂ ਪਸੀਨਾ ਪਾਣੀ ਵਾਂਗ ਵਹਾਇਆ ਸੀ। ਇੱਕ ਦਿਨ ਨੇਕ ਚੰਦ ਬਿਰਧ ਆਸ਼ਰਮ ਦੇ ਵਿਹੜੇ ਵਿੱਚ ਟਹਿਲ ਰਹੇ ਸੀ। ਬਿਰਧ ਆਸ਼ਰਮ ਦੇ ਬਾਹਰ ਇੱਕ ਕਾਰ ਆ ਕੇ ਰੁਕੀ। ਆਸ਼ਰਮ ਦੇ ਸਾਰੇ ਲੋਕ ਦੇਖਣ ਲੱਗੇ ਤੇ ਸੋਚਣ ਲੱਗੇ ਕਿ ਕੋਈ ਬਜ਼ੁਰਗ ਇਸ ਬਿਰਧ ਆਸ਼ਰਮ ਵਿੱਚ ਆਇਆ ਹੈ, ਜਿਸ ਨੇ ਪਤਾ ਨਹੀਂ ਕਿੰਨੇ ਚਾਵਾਂ ਨਾਲ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਪੜ੍ਹਾ ਲਿਖਾ ਕੇ ਵੱਡਾ ਕੀਤਾ ਹੋਵੇਗਾ। ਅੱਜ ਫਿਰ ਕੋਈ ਅੱਖਾਂ ਵਿੱਚ ਹੰਝੂ ਲਈ ਇਸ ਵਿਹੜੇ ਵਿੱਚ ਆਉਣ ਵਾਲਾ ਹੈ। ਕਾਰ ਵਿੱਚੋਂ ਇੱਕ ਨੌਜਵਾਨ ਲੜਕਾ ਉਤਰਿਆ। ਉਸ ਦੇ ਬਾਅਦ ਇੱਕ ਔਰਤ, ਜੋ ਸ਼ਾਇਦ ਉਸਦੀ ਮਾਂ ਸੀ, ਦਾ ਹੱਥ ਫੜ ਕੇ ਕਾਰ ਤੋਂ ਬਾਹਰ ਨਿਕਲਣ ਲੱਗਾ। ਉਸ ਔਰਤ ਦੀ ਉਮਰ ਲਗਭਗ 65 ਸਾਲ ਦੇ ਕਰੀਬ ਹੋਵੇਗੀ। ਸਿਰ ਤੇ ਚੁੰਨੀ ਹੋਣ ਕਾਰਨ ਉਸ ਦਾ ਚਿਹਰਾ ਸਹੀ ਢੰਗ ਨਾਲ ਨਜ਼ਰ ਨਹੀਂ ਆ ਰਿਹਾ ਸੀ। ਥੋੜੀ ਦੇਰ ਬਾਅਦ ਕਾਰ ਵਿੱਚੋਂ ਕਰੀਬ 35 ਸਾਲ ਦੀ ਇੱਕ ਹੋਰ ਔਰਤ ਉਤਰੀ, ਜਿਸ ਦੇ ਹੱਥ ਵਿੱਚ ਇੱਕ ਬੈਗ ਸੀ। ਉਸ ਔਰਤ ਨੇ ਉਹ ਬੈਗ ਬਜ਼ੁਰਗ ਔਰਤ ਦੇ ਹੱਥ ਵਿੱਚ ਫੜਾਇਆ ਤੇ ਉਸ ਨਾਲ ਕੁਝ ਗੱਲ ਕਰਨ ਲੱਗੀ। ਉਹ ਬਜ਼ੁਰਗ ਉਸ ਦੀ ਗੱਲ ਸੁਣ ਰਹੀ ਸੀ। ਫਿਰ ਉਹ ਦੋਨੋਂ ਕਾਰ ਵਿੱਚ ਬੈਠ ਕੇ ਚਲੇ ਗਈ ਤੇ ਬਜ਼ੁਰਗ ਔਰਤ ਬਿਰਧ ਆਸ਼ਰਮ ਦੇ ਬਾਹਰ ਕੁਝ ਦੇਰ ਤੱਕ ਉਵੇਂ ਹੀ ਖੜੀ ਰਹੀ ਤੇ ਫਿਰ ਭਰੇ ਹੋਏ ਮਨ ਨਾਲ ਆਪਣੀਆਂ ਅੱਖਾਂ ਪੂੰਝਦੇ ਹੋਏ ਬਿਰਧ ਆਸ਼ਰਮ ਵਿੱਚ ਆ ਗਈ। ਨੇਕ ਚੰਦ ਜੀ ਨੇ ਉਸ ਵੱਲ ਦੇਖਿਆ ਤਾਂ ਉਸਨੇ ਚੁੰਨੀ ਦੇ ਪੱਲੇ ਨਾਲ ਆਪਣਾ ਚਿਹਰਾ ਛੁਪਾਉਣ ਦੀ ਕੋਸ਼ਿਸ਼ ਕੀਤੀ। ਫਿਰ ਬਿਨਾਂ ਕੁਝ ਕਹੇ ਉਹ ਮਹਿਲਾ ਵਿਭਾਗ ਵੱਲ ਚਲੀ ਗਈ। ਉਦੋਂ ਹੀ ਨੇਕ ਚੰਦ ਦੇ ਨਾਲ ਖੜੇ ਇੱਕ ਬਜ਼ੁਰਗ ਨੇ ਕਿਹਾ ਕਿ ਅੱਜ ਫਿਰ ਇੱਕ ਮਾਂ ਦੀ ਮਮਤਾ ਤਾਰ-ਤਾਰ ਹੋ ਗਈ। ਫਿਰ ਤੋਂ ਇੱਕ ਮਾਂ ਦੇ ਸੁਪਨੇ ਚਕਨਾ-ਚੂਰ ਕਰ ਦਿੱਤੇ ਗਏ। ਨੇਕ ਚੰਦ ਜੀ ਵਾਰ-ਵਾਰ ਉਸ ਔਰਤ ਦੇ ਚਿਹਰੇ ਵੱਲ ਦੇਖੀ ਜਾ ਰਹੇ ਸੀ। ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਉਸ ਨੂੰ ਜਾਣਦੇ ਨੇ, ਪਰ ਉਹ ਪੂਰੀ ਤਰ੍ਹਾਂ ਸਮਝ ਨਹੀਂ ਸਕਦੇ ਸੀ ਕਿ ਉਹ ਔਰਤ ਕੌਣ ਹੈ। ਅਕਸਰ ਨੇਕ ਚੰਦ ਨੂੰ ਦੇਖ ਕੇ ਉਹ ਮਹਿਲਾ ਆਪਣੇ ਪੱਲੇ ਨਾਲ ਆਪਣਾ ਅੱਧੇ ਤੋਂ ਜ਼ਿਆਦਾ ਚਿਹਰਾ ਢੱਕ ਕੇ ਰੱਖਦੀ ਸੀ। ਪਰ ਇੱਕ ਦਿਨ ਜਦੋਂ ਉਹ ਮਹਿਲਾ ਬਾਗਬਾਨੀ ਦੇ ਕਿਸੇ ਕੰਮ ਵਿੱਚ ਲੱਗੀ ਹੋਈ ਸੀ ਤਾਂ ਨੇਕ ਚੰਦ ਉਸ ਸਮੇਂ ਟਹਿਲਣ ਲਈ ਨਿਕਲੇ ਹੋਏ ਸੀ। ਉਸ ਔਰਤ ਦੇ ਸਿਰ ਤੋਂ ਪੱਲਾ ਉਤਰ ਗਿਆ ਤਾਂ ਨੇਕ ਚੰਦ ਨੂੰ ਉਸ ਔਰਤ ਦਾ ਚਿਹਰਾ ਦਿਸਦੇ ਹੀ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਪਤਾ ਨਹੀਂ ਕਿੰਨੇ ਸਵਾਲਾਂ ਨੇ ਉਹਨਾਂ ਦੇ ਦਿਮਾਗ ਨੂੰ ਘੇਰ ਲਿਆ ਸੀ। ਉਸ ਸਮੇਂ ਉਹਨਾਂ ਦਾ ਇੱਕ ਮਿੱਤਰ ਵੀ ਉਹਨਾਂ ਦੇ ਕੋਲ ਆਇਆ ਤੇ ਬੋਲਿਆ, ਖਾਣਾ ਖਾਣ ਦਾ ਸਮਾਂ ਹੋ ਗਿਆ ਹੈ ਤੇ ਤੂੰ ਕਿੱਥੇ ਘੁੰਮ ਰਿਹਾ ਹੈ? ਕਿੱਥੇ ਇੰਨਾ ਗੁੰਮ ਹੈ? ਸਾਰੇ ਲੋਕ ਖਾਣੇ ਦੇ ਟੇਬਲ ਤੇ ਮੌਜੂਦ ਹਨ, ਪਰ ਤੂੰ ਨਹੀਂ ਸੀ, ਇਸ ਲਈ ਮੈਂ ਤੈਨੂੰ ਬੁਲਾਉਣ ਆ ਗਿਆ। ਕੀ ਗੱਲ ਹੈ, ਕੋਈ ਪਰੇਸ਼ਾਨੀ ਹੈ?
ਉਹ ਨਹੀਂ ਕੋਈ ਗੱਲ ਨਹੀਂ, ਥੋੜਾ ਤੁਰਨ ਫਿਰਨ ਲਈ ਬਾਹਰ ਨਿਕਲ ਆਇਆ ਸੀ, ਬਸ ਮੈਂ ਆ ਹੀ ਰਿਹਾ ਸੀ। ਖਾਣੇ ਵਾਲੇ ਟੇਬਲ ਤੇ ਬੈਠਣ ਤੋਂ ਬਾਅਦ ਨੇਕ ਚੰਦ ਜੀ ਦੀ ਨਜ਼ਰ ਵਾਰ-ਵਾਰ ਸਰਿਤਾ ਜੀ ਨੂੰ ਹੀ ਲੱਭ ਰਹੀ ਸੀ। ਉਹ ਉਹਨਾਂ ਤੋਂ ਪੁੱਛਣਾ ਚਾਹੁੰਦੇ ਸੀ ਕਿ ਆਖਰ ਅਜਿਹਾ ਕੀ ਹੋ ਗਿਆ ਕਿ ਉਹਨਾਂ ਨੂੰ ਇੱਥੇ ਆਉਣ ਦੀ ਨੌਬਤ ਆ ਗਈ। ਉਹਨਾਂ ਦਾ ਤਾਂ ਪੂਰਾ ਭਰਿਆ ਪਰਿਵਾਰ ਸੀ। ਹਮੇਸ਼ਾ ਕਹਿੰਦੇ ਸੀ ਕਿ ਉਹ ਆਪਣੇ ਨੂੰਹ ਪੁੱਤ ਨਾਲ ਬਹੁਤ ਖੁਸ਼ ਹੈ। ਫਿਰ ਹੁਣ ਕੀ ਹੋਇਆ? ਨੇਕ ਚੰਦ ਜੀ ਕਿਸੇ ਵਿਅਕਤੀ ਨੂੰ ਪੁੱਛਦੇ ਹਨ ਕਿ 2 ਦਿਨ ਪਹਿਲਾਂ ਜੋ ਮਹਿਲਾ ਬਿਰਧ ਆਸ਼ਰਮ ਵਿੱਚ ਆਈ ਸੀ, ਉਹ ਅੱਜ ਖਾਣਾ ਖਾਣ ਕਿਉਂ ਨਹੀਂ ਆਈ? ਤਾਂ ਉਹਨਾਂ ਦੱਸਿਆ ਕਿ ਉਹ ਮਾਤਾ ਜੀ ਅੱਜ ਬਹੁਤ ਦੁਖੀ ਹਨ, ਇਸ ਲਈ ਖਾਣਾ ਖਾਣ ਤੋਂ ਮਨਾ ਕਰ ਦਿੱਤਾ ਹੈ। ਦੁਖੀ ਵੀ ਕਿਉਂ ਨਾ ਹੋਣ, ਆਖਰ ਜੋ ਉਹਨਾਂ ਨਾਲ ਕੀਤਾ ਹੈ ਅਜਿਹਾ ਤਾਂ ਕੋਈ ਦੁਸ਼ਮਣ ਵੀ ਨਾ ਕਰੇ। ਉਹ ਵਾਰ-ਵਾਰ ਆਪਣੇ ਘਰ ਨੂੰ ਯਾਦ ਕਰ ਰਹੀ ਹੈ। ਸਵੇਰ ਤੋਂ ਹੀ ਆਪਣੇ ਕਮਰੇ ਵਿੱਚ ਬੈਠੀ ਰੋਈ ਜਾ ਰਹੀ ਹੈ। ਇਸ ਲਈ ਉਹਨਾਂ ਦਾ ਧਿਆਨ ਭਟਕਾਉਣ ਲਈ ਉਹਨਾਂ ਨੂੰ ਬਾਗਬਾਨੀ ਦਾ ਕੰਮ ਦਿੱਤਾ ਗਿਆ ਹੈ। ਇਹ ਸਭ ਸੁਣ ਕੇ ਨੇਕ ਚੰਦ ਜੀ ਦਾ ਮਨ ਹੋਰ ਪਰੇਸ਼ਾਨ ਹੋ ਗਿਆ। ਉਹ ਜਾਣਨਾ ਚਾਹੁੰਦੇ ਸੀ ਕਿ ਆਖਰ ਸਰਿਤਾ ਜੀ ਦੇ ਨਾਲ ਹੋਇਆ ਕੀ ਹੈ। ਇਸ ਲਈ ਥੋੜੀ ਦੇਰ ਬਾਅਦ ਵਿਭਾਗ ਵਿੱਚ ਸਰਿਤਾ ਜੀ ਦੇ ਕੋਲ ਗਈ। ਨੇਕ ਚੰਦ ਜੀ ਨੂੰ ਆਪਣੇ ਕੋਲ ਖੜਾ ਵੇਖ ਕੇ ਸਰਿਤਾ ਜੀ ਥੋੜਾ ਪਰੇਸ਼ਾਨ ਹੋ ਗਈ। ਉਦੋਂ ਤੋਂ ਹੀ ਨੇਕ ਚੰਦ ਜੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਪਹਿਚਾਨ ਲਿਆ ਹੈ, ਪਰ ਕੀ ਮੈਂ ਜਾਣ ਸਕਦਾ ਹਾਂ ਕਿ ਤੁਸੀਂ ਇਸ ਹਾਲਤ ਵਿੱਚ ਕਿਵੇਂ ਪਹੁੰਚੇ? ਸਰਿਤਾ ਜੀ ਨੇ ਤਾਂ ਕੁਝ ਨਹੀਂ ਕਿਹਾ, ਪਰ ਉਹਨਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਇਹ ਦੇਖ ਕੇ ਨੇਕ ਚੰਦ ਜੀ ਹੋਰ ਵੀ ਪਰੇਸ਼ਾਨ ਹੋ ਗਏ। ਉਹਨਾਂ ਦਾ ਦਿਲ ਕੀਤਾ ਕਿ ਜ਼ੋਰ-ਜ਼ੋਰ ਨਾਲ ਚੀਕ ਕੇ ਇਸ ਦੁਨੀਆ ਨੂੰ ਪੁੱਛਣ ਕਿ ਕਿਉਂ ਬੁਢਾਪੇ ਵਿੱਚ ਬੁੱਢੇ ਮਾਂ-ਬਾਪ ਨੂੰ ਪੁਰਾਣੇ ਸਮਾਨ ਦੀ ਤਰ੍ਹਾਂ ਕੱਢ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ। ਕੀ ਬਜ਼ੁਰਗਾਂ ਦਾ ਕੋਈ ਆਤਮ ਸਨਮਾਨ ਨਹੀਂ ਹੁੰਦਾ? ਆਪਣੇ ਹੀ ਵਿਚਾਰਾਂ ਵਿੱਚ ਮਗਨ ਨੇਕ ਚੰਦ ਬਿਰਧ ਆਸ਼ਰਮ ਦੇ ਵਿਹੜੇ ਵਿੱਚ ਟਹਿਲ ਰਹੇ ਸਨ। ਅਚਾਨਕ ਉਹਨਾਂ ਦਾ ਪੈਰ ਕਿਆਰੀ ਦੇ ਕਿਨਾਰੇ ਨਾਲ ਟਕਰਾਇਆ ਤੇ ਉਹ ਡਿੱਗਦੇ-ਡਿੱਗਦੇ ਇੱਕ ਦਰਖਤ ਨੂੰ ਫੜ ਕੇ ਸੰਭਲ ਗਈ। ਉਦੋਂ ਹੀ ਨੇੜਿਓਂ ਲੰਘ ਰਿਹਾ ਬਿਰਧ ਆਸ਼ਰਮ ਦਾ ਕਰਮਚਾਰੀ ਕਹਿੰਦਾ, ਅੰਕਲ ਜੀ, ਤੁਸੀਂ ਠੀਕ ਹੋ? ਕਿਤੇ ਸੱਟ ਤਾਂ ਨਹੀਂ ਲੱਗੀ? ਆਪਣਾ ਪੈਰ ਦਿਖਾਓ, ਜੇਕਰ ਲੱਗੀ ਹੈ ਤਾਂ ਮੈਂ ਹੁਣੇ ਪੱਟੀ ਕਰ ਦਿੰਦਾ ਹਾਂ, ਦੇਖੋ ਤਾਂ ਸਹੀ। ਨੇਕ ਚੰਦ ਜੀ ਕਹਿੰਦੇ ਕਿ ਨਹੀਂ, ਜ਼ਿਆਦਾ ਸੱਟ ਨਹੀਂ ਲੱਗੀ, ਬਚਾਅ ਹੋ ਗਿਆ। ਕਹਿੰਦੇ ਹੋਏ ਨੇਕ ਚੰਦ ਵਿਹੜੇ ਵਿੱਚ ਰੱਖੇ ਬੈਂਚ ਤੇ ਜਾ ਕੇ ਬੈਠ ਗਏ ਤੇ ਕੁਝ ਮਹੀਨੇ ਪਹਿਲਾਂ ਘਟੀ ਘਟਨਾ ਨੂੰ ਯਾਦ ਕਰਨ ਲੱਗੇ ਸੀ। ਜਦੋਂ ਉਹ ਬਾਥਰੂਮ ਵਿੱਚ ਤਿਲਕ ਕੇ ਡਿੱਗ ਗਏ ਸੀ ਤੇ ਉਹਨਾਂ ਦੇ ਪੈਰ ਤੇ ਜ਼ਿਆਦਾ ਸੱਟ ਲੱਗ ਗਈ ਸੀ। ਉਹਨਾਂ ਦੀ ਨੂੰਹ ਨੇ ਉਸ ਸੱਟ ਨੂੰ ਦੇਖ ਕੇ ਵੀ ਅਣਦੇਖਿਆ ਕਰ ਦਿੱਤਾ ਸੀ ਤੇ ਆਪਣੇ ਕੰਮ ਵਿੱਚ ਲੱਗੀ ਰਹੀ। ਉਹਨਾਂ ਦਾ ਪੁੱਤਰ ਉੱਚੀ ਆਵਾਜ਼ ਵਿੱਚ ਬੋਲਿਆ ਕਿ ਸੰਭਲ ਕੇ ਕੰਮ ਨਹੀਂ ਕਰ ਸਕਦੇ? ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਤੁਸੀਂ ਇੰਨੀ ਕਾਹਲੀ ਵਿੱਚ ਕਿਉਂ ਰਹਿੰਦੇ ਹੋ? ਜਦੋਂ ਦੇਖੋ ਸੱਟ ਲਗਾ ਕੇ ਬਹਿ ਜਾਂਦੇ ਹੋ। ਜੇਕਰ ਕੋਈ ਕੰਮ ਨਹੀਂ ਹੁੰਦਾ ਤਾਂ ਨਾ ਕਰਿਆ ਕਰੋ। ਆਰਾਮ ਨਾਲ ਆਪਣੇ ਕਮਰੇ ਵਿੱਚ ਕਿਉਂ ਨਹੀਂ ਬੈਠਦੇ? ਉਸ ਤੋਂ ਇੰਨਾ ਵੀ ਨਾ ਸਰਿਆ ਕਿ ਆਪਣੇ ਪਿਤਾ ਦਾ ਹਾਲ ਚਾਲ ਪੁੱਛੇ ਜਾਂ ਸੱਟ ਤੇ ਮੱਲਮ ਪੱਟੀ ਕਰੇ। ਇੱਕ ਦਿਨ ਜਦੋਂ ਨੇਕ ਚੰਦ ਜੀ ਦੀ ਐਨਕ ਟੁੱਟ ਗਈ ਤਾਂ ਉਹ ਆਪਣੇ ਪੁੱਤਰ ਨੂੰ ਕਹਿਣ ਲੱਗੇ ਕਿ ਬੇਟਾ, ਮੇਰੀ ਐਨਕ ਠੀਕ ਕਰਾ ਦੇ, ਟੁੱਟ ਗਈ ਹੈ, ਠੀਕ ਢੰਗ ਨਾਲ ਦਿਸਦਾ ਨਹੀਂ। ਇੰਨੀ ਗੱਲ ਸੁਣਦੇ ਹੀ ਨੂੰਹ ਵਿੱਚੋਂ ਉੱਚੀ-ਉੱਚੀ ਬੋਲਣ ਲੱਗੀ, ਮੰਜੇ ਤੇ ਬੈਠੇ-ਬੈਠੇ ਖਰਚੇ ਵਧਾਉਂਦੇ ਹਨ, ਕੋਈ ਕੰਮ ਧੰਦਾ ਤਾਂ ਕਰਨਾ ਨਹੀਂ ਹੁੰਦਾ। ਬੱਚਿਆਂ ਵਰਗੀਆਂ ਹਰਕਤਾਂ ਹੋ ਗਈਆਂ ਹਨ ਇਹਨਾਂ ਦੀਆਂ। ਪਤਾ ਨਹੀਂ ਅਜਿਹਾ ਕਿੰਨੀ ਵਾਰ ਹੋਇਆ ਸੀ ਜਦੋਂ ਨੇਕ ਚੰਦ ਜੀ ਆਪਣੇ ਪੁੱਤਰ ਤੇ ਨੂੰਹ ਦੇ ਹੱਥੋਂ ਬੇਇੱਜ਼ਤ ਹੋਏ ਸਨ। ਆਪਣੇ ਅਤੀਤ ਵਿੱਚ ਵੇਖਦੇ ਨੇਕ ਚੰਦ ਜੀ ਅਜੇ ਆਪਣੇ ਹੀ ਵਿਚਾਰਾਂ ਵਿੱਚ ਗਵਾਚੇ ਹੋਏ ਸੀ ਤਾਂ ਸਾਹਮਣੇ ਉਹਨਾਂ ਨੂੰ ਇੱਕ ਬਜ਼ੁਰਗ ਮਿੱਤਰ ਹਰਚੰਦ ਸਿੰਘ ਆਉਂਦੇ ਹੋਏ ਦਿਖਾਈ ਦਿੱਤਾ। ਹਰਚੰਦ ਸਿੰਘ ਦੇ ਚਿਹਰੇ ਉੱਤੇ ਮੁਸਕਰਾਹਟ ਸੀ। ਉਹਨਾਂ ਨੂੰ ਦੇਖ ਕੇ ਨੇਕ ਚੰਦ ਜੀ ਬੋਲੇ, ਕੀ ਗੱਲ ਹੈ, ਅੱਜ ਤਾਂ ਬੜਾ ਹੀ ਖੁਸ਼ ਨਜ਼ਰ ਆ ਰਿਹਾ ਹੈ। ਤਾਂ ਹਰਚੰਦ ਸਿੰਘ ਨੇ ਜਵਾਬ ਦਿੱਤਾ ਕਿ ਅੱਜ ਮੇਰੇ ਪੁੱਤਰ ਦਾ ਜਨਮ ਦਿਨ ਹੈ। ਉਸ ਦਾ ਫੋਨ ਆਇਆ ਕਿ ਅੱਜ ਉਹ ਮੈਨੂੰ ਮਿਲਣ ਆਉਣ ਵਾਲਾ ਹੈ, ਇਸ ਲਈ ਮੈਂ ਬਹੁਤ ਖੁਸ਼ ਹਾਂ। ਬਹੁਤ ਦਿਨਾਂ ਬਾਅਦ ਉਸ ਦਾ ਮੂੰਹ ਵੇਖਣ ਨੂੰ ਮਿਲੂਗਾ। ਹਰਚੰਦ ਸਿੰਘ ਦੀ ਗੱਲ ਸੁਣ ਕੇ ਨੇਕ ਚੰਦ ਥੋੜਾ ਪਰੇਸ਼ਾਨ ਹੋ ਗਈ ਤੇ ਆਪਣੇ ਮਿੱਤਰ ਨੂੰ ਕਹਿੰਦੇ, ਜਿਸ ਪੁੱਤਰ ਨੇ ਤੇਰੀ ਇਹ ਹਾਲਤ ਕਰ ਦਿੱਤੀ, ਆਸ਼ਰਮ ਵਿੱਚ ਛੱਡ ਕੇ ਚਲਾ ਗਿਆ, ਸਾਲ ਵਿੱਚ ਸਿਰਫ ਥੋੜੀ ਦੇਰ ਲਈ ਤੈਨੂੰ ਮਿਲਣ ਆ ਰਿਹਾ, ਤੂੰ ਉਸ ਪੁੱਤਰ ਲਈ ਖੁਸ਼ ਹੋ ਰਿਹਾ ਹੈ? ਤਾਂ ਹਰਚੰਦ ਸਿੰਘ ਨੇ ਜਵਾਬ ਦਿੱਤਾ, ਮੈਂ ਤਾਂ ਇਸੇ ਵਿੱਚ ਹੀ ਖੁਸ਼ ਹਾਂ।
ਘੱਟੋ ਘੱਟ ਮੇਰਾ ਪੁੱਤਰ ਮੈਨੂੰ ਮਿਲਣ ਤਾਂ ਆ ਰਿਹਾ ਹੈ। ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ। ਪਰ ਨੇਕ ਚੰਦ ਜੀ ਉਸ ਨਾਲ ਨਾਰਾਜ਼ ਹੋ ਕੇ ਉਹਨਾਂ ਦੀ ਗੱਲ ਬਿਨਾਂ ਸੁਣੇ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਏ। ਸੋਚਣ ਲੱਗੇ ਕਿ ਇਹ ਕਿੱਸਾ ਕੇਵਲ ਮੇਰੇ ਤੇ ਸਰਿਤਾ ਜੀ ਨਾਲ ਨਹੀਂ ਹੈ। ਬਿਰਧ ਆਸ਼ਰਮ ਵਿੱਚ ਰਹਿਣ ਵਾਲੇ ਹਰ ਇੱਕ ਬਜ਼ੁਰਗ ਦੀ ਕੋਈ ਨਾ ਕੋਈ ਕਹਾਣੀ ਹੈ ਤੇ ਸਭ ਦੀ ਜ਼ਿੰਦਗੀ ਵਿੱਚ ਬਿਰਧ ਆਸ਼ਰਮ ਵਿੱਚ ਰਹਿਣ ਦੀ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੈ। ਬਿਨਾਂ ਕਿਸੇ ਕਾਰਨ ਤੋਂ ਆਪਣੀ ਮਰਜ਼ੀ ਨਾਲ ਤਾਂ ਕੋਈ ਵੀ ਇੱਥੇ ਨਹੀਂ ਆਉਂਦਾ। ਜਦੋਂ ਤੱਕ ਵਿਅਕਤੀ ਅੰਦਰ ਤੱਕ ਨਹੀਂ ਭਰ ਜਾਂਦਾ ਉਦੋਂ ਤੱਕ ਉਹ ਇੱਥੇ ਆਉਣ ਲਈ ਮਜਬੂਰ ਨਹੀਂ ਹੁੰਦਾ। ਪਰ ਵੇਖੋ, ਸਾਰੇ ਬਜ਼ੁਰਗ ਲੋਕ ਆਪਣੀਆਂ ਉਹਨਾਂ ਕੌੜੀਆਂ ਯਾਦਾਂ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਮਜਬੂਰ ਹਨ। ਕੁਝ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲ ਲੈਂਦੇ ਹਨ ਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਜਦ ਕਿ ਮੇਰੇ ਵਰਗੇ ਲੋਕ ਜੋ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ, ਆਪਣੇ ਨੂੰਹ ਪੁੱਤਰ ਨੂੰ, ਆਪਣੇ ਪੋਤੇ ਪੋਤੀਆਂ ਨੂੰ ਯਾਦ ਕਰਕੇ ਅੱਖਾਂ ਵਿੱਚੋਂ ਹੰਝੂ ਵਹਾਉਂਦੇ ਰਹਿੰਦੇ ਹਨ ਤੇ ਵਾਰ-ਵਾਰ ਆਪਣੇ ਘਰ ਨੂੰ ਯਾਦ ਕਰਦੇ ਹਨ। ਮਨ ਵਿੱਚ ਆਪਣੇ ਘਰ ਦੇ ਲਈ ਖਿੱਚ ਵੀ ਹੈ, ਪਰ ਉਸ ਘਰ ਵਿੱਚ ਰਹਿਣ ਵਾਲਿਆਂ ਦੇ ਦਿੱਤੇ ਹੋਏ ਜ਼ਖਮ ਵੀ ਹਨ। ਨੇਕ ਚੰਦ ਜੀ ਨੂੰ ਕਵਿਤਾ ਲਿਖਣ ਦਾ ਬਹੁਤ ਸ਼ੌਂਕ ਸੀ। ਇਸ ਲਈ ਆਪਣਾ ਮਨ ਪਰਚਾਉਣ ਲਈ ਉਹ ਥੋੜੀ ਦੇਰ ਲਈ ਕਵਿਤਾ ਲਿਖਣ ਬੈਠ ਜਾਂਦੇ ਸੀ। ਇੱਕ ਦਿਨ ਜਦੋਂ ਉਹ ਇੱਕ ਕਾਗਜ਼ ਤੇ ਆਪਣੇ ਵਿਚਾਰਾਂ ਨੂੰ ਕਵਿਤਾ ਦਾ ਰੂਪ ਦੇ ਰਹੇ ਸੀ ਤੇ ਆਪਣੀ ਹਾਲਤ ਬਿਆਨ ਕਰਦੇ ਕਰਦੇ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਉਸੇ ਸਮੇਂ ਬਿਰਧ ਆਸ਼ਰਮ ਦਾ ਸੰਚਾਲਕ ਉਹਨਾਂ ਦੇ ਕੋਲ ਆਇਆ ਤੇ ਉਹਨਾਂ ਨੂੰ ਆਵਾਜ਼ ਦਿੱਤੀ। ਨੇਕ ਚੰਦ ਜੀ ਇੱਕਦਮ ਤਰਬਕ ਗਏ ਤੇ ਕਾਗਜ਼ ਨੂੰ ਮੋੜ ਕੇ ਆਪਣੀ ਜੇਬ ਵਿੱਚ ਰੱਖ ਲਿਆ ਤੇ ਆਪਣੇ ਹੰਝੂ ਲੁਕਾਉਂਦੇ ਹੋਏ ਬੋਲੇ, ਹਾਂਜੀ ਦੱਸੋ। ਨੇਕ ਚੰਦ ਜੀ, ਤੁਹਾਡਾ ਨੂੰਹ ਤੇ ਪੁੱਤਰ ਤੁਹਾਨੂੰ ਮਿਲਣ ਆਏ ਹਨ। ਨਾਲ ਹੀ ਤੁਹਾਡਾ ਪੋਤਾ ਵੀ ਹੈ। ਇਹ ਗੱਲ ਸੁਣ ਕੇ ਨੇਕ ਚੰਦ ਜੀ ਹੈਰਾਨ ਰਹਿ ਗਏ। ਨਾਲ ਹੀ ਉਹਨਾਂ ਦੇ ਚਿਹਰੇ ਉੱਤੇ ਨਫ਼ਰਤ ਵੀ ਦਿਖਾਈ ਦੇ ਰਹੀ ਸੀ। ਸੋਚਣ ਲੱਗੇ ਕਿ ਅੱਜ ਮੇਰੇ ਪੁੱਤਰ ਨੂੰ ਮੇਰੀ ਯਾਦ ਕਿਵੇਂ ਆ ਗਈ। ਜਦੋਂ ਦਫ਼ਤਰ ਵਿੱਚ ਗਏ ਤਾਂ ਉਸ ਸਮੇਂ ਉਹਨਾਂ ਦਾ 5 ਸਾਲ ਦਾ ਪੋਤਾ ਉਹਨਾਂ ਨੂੰ ਵੇਖਦੇ ਹੀ ਦਾਦੂ ਦਾਦੂ ਕਹਿੰਦੇ ਹੋਏ ਤੇਜ਼ ਭੱਜਦਾ ਹੋਇਆ ਉਹਨਾਂ ਵੱਲ ਆਇਆ ਤੇ ਉਹਨਾਂ ਦੀਆਂ ਲੱਤਾਂ ਨਾਲ ਚਿਪਕ ਗਿਆ। ਨੇਕ ਚੰਦ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਗਏ। ਹੁਣ ਤੱਕ ਉਹ ਮਨ ਮਾਰ ਕੇ ਬਿਰਧ ਆਸ਼ਰਮ ਵਿੱਚ ਜਿਵੇਂ ਕਿਵੇਂ ਰਹਿ ਰਹੇ ਸੀ, ਪਰ ਆਪਣੇ ਪੋਤੇ ਨੂੰ ਦੇਖਦੇ ਹੀ ਉਹਨਾਂ ਦਾ ਦਿਲ ਕਮਜ਼ੋਰ ਪੈਣ ਲੱਗਾ। ਪਰ ਫਿਰ ਅਚਾਨਕ ਦਿਮਾਗ ਵਿੱਚ ਵਿਚਾਰ ਆਇਆ ਕਿ ਇਹ ਸਮਾਂ ਮਜ਼ਬੂਤੀ ਨਾਲ ਆਪਣੇ ਫੈਸਲੇ ਤੇ ਟਿਕੇ ਰਹਿਣ ਦਾ ਹੈ। ਅਜਿਹਾ ਸੋਚਦੇ ਹੋਏ ਗੁੱਸੇ ਨਾਲ ਆਪਣੇ ਪੁੱਤਰ ਨੂੰ ਕਹਿੰਦੇ, ਤੂੰ ਇੱਥੇ ਕੀ ਲੈਣਾ ਆ? ਚਲਾ ਜਾ ਇੱਥੋਂ। ਮੈਨੂੰ ਕਿਸੇ ਨਾਲ ਮਿਲਣ ਦੀ ਜ਼ਰੂਰਤ ਨਹੀਂ ਹੈ। ਮੈਂ ਇੱਥੇ ਬਹੁਤ ਖੁਸ਼ ਹਾਂ ਤੇ ਆਪਣੀ ਜ਼ਿੰਦਗੀ ਆਰਾਮ ਨਾਲ ਕੱਟ ਰਿਹਾ ਹਾਂ। ਘੱਟੋ ਘੱਟ ਇੱਥੇ ਮੇਰੇ ਨਾਲ ਹੱਸਣ ਬੋਲਣ ਵਾਲਾ ਤਾਂ ਕੋਈ ਹੈ। ਉਹਨਾਂ ਦੇ ਪੁੱਤਰ ਨੇ ਜਵਾਬ ਦਿੱਤਾ ਕਿ ਪਾਪਾ ਜੀ, ਦਰਅਸਲ ਗੱਲ ਇਹ ਹੈ ਕਿ ਅੱਜ ਤੁਹਾਡੇ ਪੋਤੇ ਦਾ ਜਨਮ ਦਿਨ ਹੈ ਤੇ ਅਸੀਂ ਘਰੇ ਪਾਰਟੀ ਰੱਖੀ ਹੈ। ਤੁਹਾਡੇ ਪੋਤੇ ਦੀ ਇੱਛਾ ਹੈ ਕਿ ਤੁਸੀਂ ਵੀ ਉਸ ਦੇ ਜਨਮ ਦਿਨ 'ਤੇ ਮੌਜੂਦ ਹੋਵੋ। ਜੇਕਰ ਤੁਸੀਂ ਆਓਗੇ ਤਾਂ ਉਸ ਨੂੰ ਬਹੁਤ ਚੰਗਾ ਲੱਗੇਗਾ। ਤਾਂ ਨੇਕ ਚੰਦ ਜੀ ਨੇ ਜਵਾਬ ਦਿੱਤਾ, ਦੇਖੋ ਮੈਂ ਉਹ ਘਰ ਛੱਡ ਚੁੱਕਿਆ ਹਾਂ। ਹੁਣ ਮੈਂ ਦੁਬਾਰਾ ਉੱਥੇ ਨਹੀਂ ਜਾਣਾ ਚਾਹੁੰਦਾ। ਉਹਨਾਂ ਦੇ ਪੁੱਤਰ ਨੇ ਫੇਰ ਕਿਹਾ ਕਿ ਪਾਪਾ ਜੀ, ਤੁਸੀਂ ਘਰ ਚੱਲੋ, ਤੁਹਾਡੇ ਮਿੱਤਰ ਵੀ ਪਾਰਟੀ ਤੇ ਆ ਰਹੇ ਹਨ। ਮੈਂ ਉਹਨਾਂ ਨੂੰ ਵੀ ਬੁਲਾਇਆ ਹੈ। ਸਾਰੇ ਆਂਢੀ ਗੁਆਂਢੀ ਤੇ ਰਿਸ਼ਤੇਦਾਰ ਵੀ ਆਉਣਗੇ। ਸਾਰੇ ਆਉਣਗੇ ਤੇ ਤੁਹਾਡੇ ਬਾਰੇ ਪੁੱਛਣਗੇ ਤਾਂ ਫਿਰ ਅਸੀਂ ਕੀ ਜਵਾਬ ਦੇਵਾਂਗੇ? ਤਾਂ ਨੇਕ ਚੰਦ ਜੀ ਨੇ ਕਿਹਾ ਕਿ ਅੱਛਾ, ਤਾਂ ਤੁਸੀਂ ਮੈਨੂੰ ਪੋਤੇ ਦੇ ਜਨਮ ਦਿਨ ਤੇ ਬੁਲਾਉਣ ਨਹੀਂ ਬਲਕਿ ਆਪਣੀ ਇੱਜ਼ਤ ਬਚਾਉਣ ਲਈ ਮੈਨੂੰ ਲੈਣ ਆਏ ਹੋ। ਸਾਰੇ ਰਿਸ਼ਤੇਦਾਰ ਆਉਣਗੇ ਤਾਂ ਪੁੱਛਣਗੇ ਤੁਹਾਡੇ ਪਾਪਾ ਕਿੱਥੇ ਨੇ, ਤਾਂ ਤੁਸੀਂ ਕੀ ਜਵਾਬ ਦਿਓਗੇ? ਇਸ ਲਈ ਤੁਸੀਂ ਮੈਨੂੰ ਬੁਲਾਉਣ ਆ ਗਏ। ਤੁਸੀਂ ਇੱਥੋਂ ਚੱਲਦੇ ਬਣੋ ਤੇ ਮੈਂ ਕਿਸੇ ਨਾਲ ਕਿਤੇ ਨਹੀਂ ਜਾਣਾ ਚਾਹੁੰਦਾ। ਤੁਸੀਂ ਕਿੰਨੇ ਮਤਲਬੀ ਹੋ। ਜ਼ਰੂਰਤ ਪਈ ਤਾਂ ਭੱਜੇ ਆਏ, ਨਹੀਂ ਤਾਂ ਇੰਨੇ ਮਹੀਨੇ ਤੋਂ ਆਸ਼ਰਮ ਵਿੱਚ ਹਾਂ, ਇੱਕ ਵਾਰ ਵੀ ਖਬਰ ਲੈਣ ਨਹੀਂ ਆਏ ਕਿ ਮੈਂ ਜਿਉਂਦਾ ਹਾਂ ਕਿ ਮਰ ਗਿਆ। ਹੋਰ ਤਾਂ ਹੋਰ ਇੱਕ ਫੋਨ ਕਰਕੇ ਵੀ ਮੇਰਾ ਹਾਲ ਚਾਲ ਪੁੱਛਣ ਦੀ ਜ਼ਰੂਰਤ ਨਹੀਂ ਸਮਝੀ ਤੁਸੀਂ। ਇੱਥੋਂ ਤੱਕ ਨਹੀਂ ਪੁੱਛਿਆ ਕਿ ਘਰ ਛੱਡ ਕੇ ਬਿਰਧ ਆਸ਼ਰਮ ਕਿਉਂ ਆ ਗਿਆ। ਅੱਜ ਜ਼ਰੂਰਤ ਪਈ ਤਾਂ ਹੱਥ ਬੰਨ੍ਹ ਕੇ ਮੈਨੂੰ ਲੈਣ ਆ ਗਏ। ਨਹੀਂ, ਹੁਣ ਇਹ ਮੇਰਾ ਘਰ ਹੈ। ਮੈਂ ਆਪਣੇ ਘਰ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ। ਅਜਿਹਾ ਕਹਿੰਦੇ ਹੋਏ ਨੇਕ ਚੰਦ ਜੀ ਆਪਣੇ ਕਮਰੇ ਵੱਲ ਜਾਣ ਲੱਗੇ। ਉਦੋਂ ਹੀ ਨੂੰਹ ਪੁੱਤ ਨੇ ਆਪਸ ਵਿੱਚ ਪਲਾਨ ਬਣਾਇਆ
कि इस तरह ਤਾਂ ਪਾਪਾ ਜੀ ਨਹੀਂ ਮੰਨਣਗੇ, ਕੁਝ ਤਾਂ ਕਰਨਾ ਹੀ ਪੈਣਾ, ਤਾਂ ਹੀ ਆਪਾਂ ਇਹਨਾਂ ਨੂੰ ਘਰ ਲੈ ਜਾ ਸਕਾਂਗੇ ਤੇ ਰਿਸ਼ਤੇਦਾਰਾਂ ਦੇ ਤਾਨੇ ਸੁਣਨ ਤੋਂ ਵੀ ਬਚ ਜਾਵਾਂਗੇ। ਇਸ ਲਈ ਦੋਨਾਂ ਨੇ ਰੋਣੀ ਜਿਹੀ ਸੂਰਤ ਬਣਾਈ ਤੇ ਨੇਕ ਚੰਦ ਜੀ ਕੋਲ ਗਏ ਤੇ ਰੋਂਦੇ ਕਰਲਾਉਂਦੇ ਕਹਿਣ ਲੱਗੇ ਕਿ ਪਾਪਾ ਜੀ ਮਾफ़ ਕਰ ਦਿਓ, ਤੁਹਾਡੇ ਪੋਤੇ ਦਾ ਜਨਮ ਦਿਨ ਹੈ, ਕੀ ਤੁਹਾਡਾ ਮਨ ਆਪਣੇ ਪੋਤੇ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਨੂੰ ਨਹੀਂ ਕਰ ਰਿਹਾ? ਇੰਨੀ ਗੱਲ ਸੁਣ ਕੇ ਨੇਕ ਚੰਦ ਜੀ ਦਾ ਦਿਲ ਪਿਘਲਣ ਲੱਗਾ। ਉਸ ਤੋਂ ਬਾਅਦ ਉਹਨਾਂ ਦਾ ਪੋਤਾ ਵੀ ਕਹਿਣ ਲੱਗਾ ਕਿ ਦਾਦੂ ਚੱਲੋ ਨਾ, ਬਹੁਤ ਮਸਤੀ ਕਰਾਂਗੇ। ਆਪਣੇ ਪੋਤੇ ਦੀ ਗੱਲ ਸੁਣ ਕੇ ਨੇਕ ਚੰਦ ਜੀ ਆਪਣੇ ਆਪ ਨੂੰ ਨਾ ਰੋਕ ਸਕੇ, ਪਰ ਦੋਨਾਂ ਨੂੰ ਪੁੱਤ ਦੀ ਕਰਤੂਤ ਦੀ ਵਜ੍ਹਾ ਕਰਕੇ ਨਹੀਂ ਸੀ ਜਾਣਾ ਚਾਹੁੰਦੇ। ਪਰ ਪੋਤੇ ਨੇ ਕਿਹਾ ਤਾਂ ਉਹ ਘਰ ਜਾਣ ਲਈ ਤਿਆਰ ਹੋ ਗਏ। ਉਹਨਾਂ ਨੇ ਕਿਹਾ, ਪਰ ਮੇਰੀ ਇੱਕ ਸ਼ਰਤ ਹੈ, ਜਦੋਂ ਇਹ ਜਨਮ ਦਿਨ ਦੀ ਪਾਰਟੀ ਖਤਮ ਹੋ ਜਾਵੇਗੀ ਉਸ ਤੋਂ ਬਾਅਦ ਮੈਂ ਬਿਰਧ ਆਸ਼ਰਮ ਵਾਪਸ ਆ ਜਾਵਾਂਗਾ ਤੇ ਤੁਸੀਂ ਮੈਨੂੰ ਇੱਥੇ ਛੱਡ ਕੇ ਜਾਓਗੇ। ਨੂੰਹ ਪੁੱਤ ਇਸ ਗੱਲ ਤੇ ਤਿਆਰ ਹੋ ਜਾਂਦੇ ਹਨ। ਪੋਤੇ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸਾਰੇ ਰਿਸ਼ਤੇਦਾਰ ਤੇ ਆਂਢੀ ਗੁਆਂਢੀ ਇਕੱਠੇ ਹੋਏ ਸਨ। ਨੇਕ ਚੰਦ ਜੀ ਦੇ ਪੁਰਾਣੇ ਮਿੱਤਰ ਵੀ ਅੱਜ ਉਹਨਾਂ ਨੂੰ ਬਹੁਤ ਸਮੇਂ ਬਾਅਦ ਮਿਲੇ। ਉਹਨਾਂ ਨੇ ਹੱਸਦੇ ਮੁਸਕਰਾਉਂਦੇ ਹੋਏ ਪੂਰੀ ਪਾਰਟੀ ਦਾ ਮਜ਼ਾ ਲਿਆ, ਪਰ ਉਹਨਾਂ ਦੇ ਮਨ ਵਿੱਚ ਕੁਝ ਵਿਚਾਰ ਚੱਲ ਰਹੇ ਸੀ। ਉਹ ਸੋਚ ਰਹੇ ਸੀ ਕਿ ਕੱਲ੍ਹ ਆਪਣੇ ਨੂੰਹ ਪੁੱਤ ਨੂੰ ਜੋ ਸਰਪ੍ਰਾਈਜ਼ ਮੈਂ ਦੇਵਾਂਗਾ ਉਸ ਦੀ ਤਾਂ ਉਹਨਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਣੀ। ਜਦੋਂ ਪਾਰਟੀ ਖਤਮ ਹੋਈ ਤਾਂ ਬਹੁਤ ਰਾਤ ਹੋ ਗਈ ਸੀ। ਉਸ ਸਮੇਂ ਨੇਕ ਚੰਦ ਜੀ ਘਰੇ ਹੀ ਰੁਕ ਗਏ। ਜਦੋਂ ਆਪਣੇ ਕਮਰੇ ਵਿੱਚ ਸੌਣ ਲਈ ਗਏ ਤਾਂ ਆਪਣੀ ਪਤਨੀ ਦੀਆਂ ਯਾਦਾਂ ਵਿੱਚ ਗਵਾਚ ਗਏ। ਤੁਸੀਂ ਵੀ ਨਾ, 2 ਰੋਟੀਆਂ ਨਾਲ ਢਿੱਡ ਭਰਦਾ? ਇਹ 1 ਰੋਟੀ ਤਾਂ ਹੋਰ ਖਾ ਲਓ, ਹੁਣੇ ਗਰਮ-ਗਰਮ ਲੈ ਕੇ ਆਈ ਹਾਂ। 1 ਰੋਟੀ ਹੋਰ ਮੇਰੇ ਕਹਿਣ ਤੇ ਖਾ ਲਵੋ, ਤੁਸੀਂ ਖਾਂਦੇ ਹੋ ਤਾਂ ਲੱਗਦੀ ਮੈਨੂੰ ਹੈ। ਉਸਨੇ ਹਮੇਸ਼ਾ ਇਸ ਤਰ੍ਹਾਂ ਹੀ ਕਹਿਣਾ, ਮੇਰਾ ਢਿੱਡ ਭਰ ਗਿਆ ਹੈ, ਹੋਰ ਕਿੰਨਾ ਖਵਾਏਂਗੀ? ਆਪਣੀ ਪਤਨੀ ਨੂੰ ਯਾਦ ਕਰਦੇ ਕਰਦੇ ਸੋਚਣ ਲੱਗੇ ਕਿ ਇੱਕ ਉਹ ਸੀ ਜੋ ਮੈਨੂੰ 1 ਗਲਾਸ ਪਾਣੀ ਵੀ ਆਪਣੇ ਆਪ ਨਹੀਂ ਸੀ ਪੀਣ ਦਿੰਦੀ, ਤੇ ਇੱਕ ਨੂੰਹ ਹੈ ਜਿਸ ਨੇ 1 ਰੋਟੀ ਲਈ ਤਰਸਾ ਦਿੱਤਾ। ਛੋਟੇ ਤੋਂ ਛੋਟਾ ਕੰਮ ਵੀ ਮੇਰੇ ਤੇ ਹੀ ਸੈੱਟ ਦਿੰਦੀ ਹੈ। ਸਬਜ਼ੀ ਲਿਆਉਣ ਤੋਂ ਲੈ ਕੇ ਘਰ ਦੀ ਸਫਾਈ ਤੱਕ ਸਾਰਾ ਕੰਮ ਮੇਰੇ ਤੋਂ ਹੀ ਕਰਵਾਉਂਦੀ ਸੀ। ਮੈਨੂੰ ਉਹ ਕੰਮ ਕਰਨ ਵਿੱਚ ਕੋਈ ਹਰਜ ਨਹੀਂ ਸੀ, ਪਰ ਸਭ ਕੁਝ ਕਰਨ ਤੋਂ ਬਾਅਦ ਵੀ ਘਰ ਵਿੱਚ ਜੇਕਰ ਇੱਜ਼ਤ ਨਾ ਮਿਲੇ ਤਾਂ ਇਹੋ ਜਿਹੀ ਜ਼ਿੰਦਗੀ ਕਿਸ ਕੰਮ ਦੀ? ਆਪਣੀ ਪਤਨੀ ਦੀਆਂ ਯਾਦਾਂ ਵਿੱਚ ਗਵਾਚੇ ਹੋਏ ਕਦੋਂ ਉਹਨਾਂ ਦੀ ਅੱਖ ਲੱਗ ਗਈ ਪਤਾ ਹੀ ਨਾ ਲੱਗਾ। ਸਵੇਰੇ ਉੱਠੇ ਤਾਂ ਵੇਖਿਆ ਉਹਨਾਂ ਦੇ ਨੂੰਹ ਪੁੱਤ ਦੋਨੋਂ ਤਿਆਰ ਖੜੇ ਸੀ। ਜਦੋਂ ਹੀ ਉਹ ਬਾਹਰ ਆਏ, ਨੂੰਹ ਕਹਿੰਦੀ, ਚਲੋ ਪਾਪਾ ਜੀ ਤਿਆਰ ਹੋ ਜਾਓ, ਤੁਹਾਨੂੰ ਵਾਪਸ ਛੱਡ ਆਉਂਦੇ ਹਾਂ। ਅਜਿਹਾ ਕਹਿੰਦੇ ਹੋਏ ਨੂੰਹ ਦੇ ਮਨ ਵਿੱਚ ਵਿਚਾਰ ਚੱਲ ਰਹੇ ਸੀ ਕਿ ਕਿਤੇ ਨੇਕ ਚੰਦ ਜੀ ਹਮੇਸ਼ਾ ਇੱਥੇ ਰੁਕਣ ਦਾ ਇਰਾਦਾ ਨਾ ਬਣਾ ਲੈਣ, ਇਸ ਲਈ ਜਲਦੀ ਤੋਂ ਜਲਦੀ ਉਹਨਾਂ ਨੂੰ ਵਾਪਸ ਆਸ਼ਰਮ ਛੱਡਣਾ ਹੀ ਠੀਕ ਰਹੇਗਾ। ਨੇਕ ਚੰਦ ਜੀ ਉਹਨਾਂ ਨੂੰ ਵੇਖ ਕੇ ਹੈਰਾਨ ਸੀ। ਆਪਣੇ ਨੂੰਹ ਪੁੱਤ ਦੇ ਮਨ ਦੀ ਗੱਲ ਉਹ ਚੰਗੀ ਤਰ੍ਹਾਂ ਸਮਝ ਰਹੇ ਸੀ, ਇਸ ਲਈ ਉਹ ਵੀ ਜਲਦੀ ਨਹਾ ਧੋ ਕੇ ਤਿਆਰ ਹੋ ਜਾਂਦੇ ਹਨ। ਜਿਵੇਂ ਹੀ ਆਸ਼ਰਮ ਵਿੱਚ ਜਾਣ ਲਈ ਕਾਰ ਵਿੱਚ ਬੈਠਣ ਲੱਗਦੇ ਹਨ, ਉਹ ਦੇਖਦੇ ਹਨ ਕਿ ਉਹਨਾਂ ਦੀ ਨੂੰਹ ਦੇ ਚਿਹਰੇ ਤੇ ਇੱਕ ਸੰਤੁਸ਼ਟੀ ਸੀ। ਉਹ ਮਨ ਹੀ ਮਨ ਸੋਚਣ ਲੱਗੇ ਕਿ ਚਲੋ ਕੋਈ ਗੱਲ ਨਹੀਂ, ਅੱਜ ਤੁਹਾਨੂੰ ਜੋ ਸਰਪ੍ਰਾਈਜ਼ ਮੈਂ ਦੇਵਾਂਗਾ ਉਸ ਤੋਂ ਬਾਅਦ ਤਾਂ ਤੁਸੀਂ ਬਿਰਧ ਆਸ਼ਰਮ ਦਾ ਨਾਂ ਲੈਣਾ ਵੀ ਭੁੱਲ ਜਾਓਗੇ। ਨੇਕ ਚੰਦ ਅਜਿਹਾ ਸੋਚਦੇ ਹੋਏ ਬੈਠ ਜਾਂਦੇ ਹਨ ਤੇ ਫਿਰ ਇੱਕ ਪਲ ਲਈ ਆਪਣੇ ਘਰ ਨੂੰ ਚੰਗੀ ਤਰ੍ਹਾਂ ਵੇਖਦੇ ਹਨ। ਫਿਰ ਸੋਚਦੇ ਹਨ ਕਿ ਠੀਕ ਹੈ, ਜਿੱਥੇ ਮਨ ਨੂੰ ਤਸੱਲੀ ਮਿਲੇ ਉੱਥੇ ਹੀ ਰਹਿਣਾ ਚਾਹੀਦਾ ਹੈ। ਇੱਥੇ ਤਾਂ ਨੂੰਹ ਪੁੱਤ ਮੈਨੂੰ ਕੱਢਣ ਦੀ ਬਹੁਤ ਕਾਹਲੀ ਵਿੱਚ ਹਨ। ਮੇਰਾ ਬਿਰਧ ਆਸ਼ਰਮ ਹੀ ਚੰਗਾ ਹੈ, ਜਿੱਥੇ ਮੈਂ ਆਪਣੇ ਹਿਸਾਬ ਨਾਲ ਖਾਂਦਾ ਹਾਂ, ਆਪਣੇ ਹਿਸਾਬ ਨਾਲ ਰਹਿੰਦਾ ਹਾਂ ਤੇ ਆਪਣੇ ਮਨਪਸੰਦ ਦਾ ਕੰਮ ਕਰਦਾ ਹਾਂ। ਕਿਸੇ ਦੀ ਕਿਚ-ਕਿਚ ਵੀ ਨਹੀਂ ਹੁੰਦੀ। ਜਿਵੇਂ ਹੀ ਬਿਰਧ ਆਸ਼ਰਮ ਦੇ ਸਾਹਮਣੇ ਕਾਰ ਰੁਕੀ ਤਾਂ ਨੂੰਹ ਪੁੱਤ ਕਾਰ ਤੋਂ ਉਤਰ ਕੇ ਬਾਹਰ ਖੜੇ ਹੋ ਗਏ। ਨੇਕ ਚੰਦ ਜੀ ਕਾਰ ਵਿੱਚੋਂ ਨਿਕਲੇ ਤੇ ਅੰਦਰ ਜਾਂਦੇ ਜਾਂਦੇ ਰੁਕ ਗਏ ਤੇ ਪਿੱਛੇ ਮੁੜ ਕੇ ਆਪਣੇ ਨੂੰਹ ਪੁੱਤ ਨੂੰ ਆਵਾਜ਼ ਦਿੱਤੀ। ਉਹ ਉਦੋਂ ਆਪਣੀ ਕਾਰ ਵਿੱਚ ਬੈਠਣ ਹੀ ਲੱਗੇ ਸੀ, ਪਰ ਨੇਕ ਚੰਦ ਜੀ ਦੀ ਆਵਾਜ਼ ਸੁਣ ਕੇ ਰੁਕ ਗਏ। ਨੇਕ ਚੰਦ ਜੀ ਨੇ ਕਿਹਾ, ਅਜੇ ਵਾਪਸ ਨਾ ਜਾਓ, ਮੈਂ ਤੁਹਾਨੂੰ ਕਿਸੇ ਨਾਲ ਮਿਲਾਉਣਾ ਚਾਹੁੰਦਾ ਹਾਂ। ਉਹ ਦੋਵੇਂ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਏ। ਬਿਰਧ ਆਸ਼ਰਮ ਦੇ ਵਿਹੜੇ ਵਿੱਚ ਪਹੁੰਚ ਕੇ ਨੇਕ ਚੰਦ ਜੀ ਉੱਥੇ ਕੰਮ ਕਰਨ ਵਾਲੇ ਕਿਸੇ ਵਿਅਕਤੀ ਨੂੰ ਸਰਿਤਾ ਜੀ ਨੂੰ ਬੁਲਾਉਣ ਲਈ ਕਹਿੰਦੇ ਹਨ। ਜਦੋਂ ਸਰਿਤਾ ਜੀ ਬਾਹਰ ਆਈ ਤਾਂ ਉਹਨਾਂ ਨੂੰ ਦੇਖ ਕੇ ਨੇਕ ਚੰਦ ਜੀ ਦਾ ਪੁੱਤਰ ਹੈਰਾਨ ਰਹਿ ਗਿਆ ਤੇ ਨੂੰਹ ਨੂੰ ਤਾਂ ਜਿਵੇਂ ਸਾਹ ਆਉਣਾ ਹੀ ਬੰਦ ਹੋ ਗਿਆ ਹੋਵੇ।
ਉਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਸੀ। ਉਹ ਭੱਜ ਕੇ ਸਰਿਤਾ ਜੀ ਦੇ ਗਲ ਲੱਗ ਗਈ ਤੇ ਬੋਲੀ, ਮੰਮੀ ਤੁਸੀਂ ਇੱਥੇ ਕੀ ਕਰ ਰਹੇ ਹੋ? ਤੁਸੀਂ ਇੱਥੇ ਕਦੋਂ ਆਏ? ਪਰ ਉਹਨਾਂ ਦੀਆਂ ਗੱਲਾਂ ਦਾ ਸਰਿਤਾ ਜੀ ਕੋਲ ਕੋਈ ਜਵਾਬ ਨਹੀਂ ਸੀ। ਫਿਰ ਨੇਕ ਚੰਦ ਜੀ ਦੀ ਨੂੰਹ ਨੇ ਪੁੱਛਿਆ, ਮੈਨੂੰ ਤਾਂ ਇਹ ਲੱਗਦਾ ਸੀ ਕਿ ਤੁਸੀਂ ਭਰਾ ਤੇ ਭਾਬੀ ਨਾਲ ਬਹੁਤ ਵਧੀਆ ਰਹਿ ਰਹੇ ਹੋ। ਕੱਲ ਹੀ ਮੇਰੀ ਭਾਬੀ ਨਾਲ ਗੱਲ ਵੀ ਹੋਈ ਸੀ। ਉਹਨਾਂ ਨੇ ਤਾਂ ਨਹੀਂ ਦੱਸਿਆ ਕਿ ਤੁਸੀਂ ਇੱਥੇ ਰਹਿ ਰਹੇ ਹੋ। ਮੈਂ ਤੁਹਾਡੇ ਬਾਰੇ ਭਾਬੀ ਤੋਂ ਕਿੰਨੇ ਦਿਨਾਂ ਤੋਂ ਹੀ ਪੁੱਛ ਰਹੀ ਹਾਂ। ਮੈਂ ਉਸਨੂੰ ਕਿਹਾ ਵੀ ਸੀ ਕਿ ਮੰਮੀ ਨਾਲ ਗੱਲ ਕਰਵਾ ਦੇਵੇ। ਮੰਮੀ ਕਿੱਥੇ ਹਨ? ਭਾਬੀ ਨੇ ਕਿਹਾ ਕਿ ਮੰਮੀ ਤੀਰਥ ਯਾਤਰਾ ਤੇ ਗਏ ਹਨ, ਇਸ ਲਈ ਮੇਰੀ ਗੱਲ ਨਹੀਂ ਹੋ ਸਕਦੀ। ਮੈਂ ਸੱਚੀ ਹੀ ਮੰਨ ਗਈ ਸੀ ਕਿ ਤੁਸੀਂ ਤੀਰਥ ਯਾਤਰਾ ਤੇ ਹੀ ਗਏ ਹੋ, ਪਰ ਮੈਨੂੰ ਕੀ ਪਤਾ ਸੀ ਉਸ ਜ਼ਾਲਮ ਔਰਤ ਨੇ ਤੁਹਾਨੂੰ ਇੱਥੇ ਛੱਡ ਦਿੱਤਾ ਹੈ। ਆਪਣੀ ਧੀ ਦੀ ਗੱਲ ਸੁਣ ਕੇ ਸਰਿਤਾ ਜੀ ਦਾ ਰੋਣਾ ਨਹੀਂ ਰੁਕਿਆ। ਉਹਨਾਂ ਨੇ ਕਿਹਾ ਕਿ ਤੇਰੀ ਭਾਬੀ ਤੇ ਭਰਾ ਝੂਠ ਬੋਲ ਰਹੇ ਹਨ। ਉਹ ਮੈਨੂੰ 1 ਮਹੀਨਾ ਪਹਿਲਾਂ ਹੀ ਇਸ ਬਿਰਧ ਆਸ਼ਰਮ ਵਿੱਚ ਛੱਡ ਕੇ ਚਲੇ ਗਏ ਸੀ। ਪਰ ਮੰਮੀ ਤੁਸੀਂ ਮੈਨੂੰ ਫੋਨ ਕਰਕੇ ਵੀ ਤਾਂ ਦੱਸ ਸਕਦੇ ਸੀ, ਮੈਂ ਉਦੋਂ ਹੀ ਇੱਥੇ ਆ ਜਾਂਦੀ। ਉਹਨਾਂ ਦੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਨਾਲ ਇਹ ਸਭ ਕਰਨ ਦੀ? ਫਿਰ ਉਹ ਆਪਣੀ ਮਾਂ ਦੇ ਗੱਲ ਲੱਗ ਗਈ। ਮੈਂ ਤੈਨੂੰ ਫੋਨ ਕਰਕੇ ਕਿਵੇਂ ਦੱਸ ਸਕਦੀ ਸੀ, ਕਿਉਂਕਿ ਜਿਸ ਦਿਨ ਮੈਂ ਬਿਰਧ ਆਸ਼ਰਮ ਵਿੱਚ ਆਈ ਸੀ ਤਾਂ ਮੈਂ ਤੇਰੇ ਸਹੁਰੇ ਨੂੰ ਇੱਥੇ ਦੇਖਿਆ ਸੀ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਤੇਰੇ ਤੇ ਤੇਰੀ ਭਰਜਾਈ ਵਿੱਚ ਕੋਈ ਫਰਕ ਨਹੀਂ। ਮੈਂ ਫਿਰ ਫੋਨ ਕਰਕੇ ਤੈਨੂੰ ਤੇਰੇ ਭਰਾ ਭਰਜਾਈ ਦੀ ਕਰਤੂਤ ਬਾਰੇ ਕੀ ਦੱਸਦੀ? ਇੰਨਾ ਕਹਿੰਦੇ ਹੋਏ ਸਰਿਤਾ ਜੀ ਨੇ ਆਪਣੇ ਆਪ ਨੂੰ ਆਪਣੀ ਧੀ ਤੋਂ ਵੱਖ ਕਰ ਲਿਆ। ਤੂੰ ਮੇਰੀ ਧੀ ਕਹਾਉਣ ਦੇ ਲਾਇਕ ਹੀ ਨਹੀਂ, ਇਸ ਲਈ ਮੇਰੇ ਤੋਂ ਦੂਰ ਹੀ ਰਹਿ। ਜੇ ਮੇਰੇ ਨੂੰਹ ਪੁੱਤ ਨੇ ਮੈਨੂੰ ਘਰੋਂ ਕੱਢਿਆ ਹੈ ਤਾਂ ਮੇਰੀ ਧੀ ਨੇ ਵੀ ਆਪਣੇ ਸਹੁਰੇ ਨੂੰ ਘਰੋਂ ਕੱਢਿਆ ਹੈ। ਤਾਂ ਕੁੱਲ ਮਿਲਾ ਕੇ ਮੇਰੀਆਂ ਦੋਨੋਂ ਔਲਾਦਾਂ ਹੀ ਨਿਕੰਮੀਆਂ ਨਿਕਲੀਆਂ। ਹੁਣ ਤਾਂ ਮੈਨੂੰ ਤੇਰੀ ਮਾਂ ਕਹਾਉਣ ਤੇ ਵੀ ਸ਼ਰਮ ਆਉਂਦੀ ਹੈ। ਇੱਕ ਨੇ ਆਪਣੀ ਮਾਂ ਨੂੰ ਘਰੋਂ ਕੱਢ ਦਿੱਤਾ ਤੇ ਇੱਕ ਨੇ ਆਪਣੇ ਸਹੁਰੇ ਨੂੰ। ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਉਸ ਦਾ ਸਿਰ ਸ਼ਰਮ ਨਾਲ ਝੁਕ ਗਿਆ। ਮੰਮੀ ਮੈਨੂੰ ਮਾਫ਼ ਕਰ ਦਿਓ, ਮੈਂ ਬਹੁਤ ਸ਼ਰਮਿੰਦਾ ਹਾਂ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਜੋ ਮੈਂ ਆਪਣੇ ਸਹੁਰੇ ਨਾਲ ਕਰ ਰਹੀ ਹਾਂ ਉਹ ਮੇਰੇ ਮਾਂ-ਬਾਪ ਨਾਲ ਵੀ ਹੋ ਸਕਦਾ ਹੈ। ਸਰਿਤਾ ਜੀ ਨੇ ਕਿਹਾ, ਵੈਸੇ ਤਾਂ ਤੇਰੀ ਗਲਤੀ ਮਾਫ਼ ਕਰਨ ਦੇ ਲਾਇਕ ਨਹੀਂ ਹੈ, ਪਰ ਫਿਰ ਵੀ ਜੇਕਰ ਮਾਫ਼ੀ ਮੰਗਣੀ ਹੈ ਤਾਂ ਆਪਣੇ ਸਹੁਰੇ ਤੋਂ ਮੰਗ। ਆਪਣੀਆਂ ਕਰਤੂਤਾਂ ਤੇ ਸ਼ਰਮਿੰਦਾ ਹੁੰਦਿਆਂ ਉਹ ਆਪਣੇ ਸਹੁਰੇ ਵੱਲ ਮੁੜੀ ਤੇ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਈ। ਪਾਪਾ ਜੀ ਮੈਨੂੰ ਮਾਫ਼ ਕਰ ਦਿਓ। ਉਦੋਂ ਹੀ ਨੇਕ ਚੰਦ ਜੀ ਦੇ ਪੁੱਤਰ ਨੇ ਵੀ ਮਾਫ਼ੀ ਮੰਗਦੇ ਹੋਏ ਕਿਹਾ ਕਿ ਹੁਣ ਤੁਸੀਂ ਦੋਨੋਂ ਹੀ ਘਰ ਚੱਲੋ, ਸਾਨੂੰ ਆਪਣੀ ਸੇਵਾ ਦਾ ਮੌਕਾ ਦਿਓ। ਤਾਂ ਨੇਕ ਚੰਦ ਜੀ ਤੇ ਸਰਿਤਾ ਜੀ ਦੋਨਾਂ ਨੇ ਹੀ ਘਰ ਜਾਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਹੁਣ ਅਸੀਂ ਨੂੰਹ ਪੁੱਤ ਜਾਂ ਧੀ ਕੋਲ ਨਹੀਂ ਰਹਿਣਾ, ਅਸੀਂ ਬਿਰਧ ਆਸ਼ਰਮ ਵਿੱਚ ਰਹਿ ਕੇ ਹੀ ਸੁਖੀ ਹਾਂ। ਦੋਨਾਂ ਨੂੰ ਲੱਖ ਕੋਸ਼ਿਸ਼ ਕੀਤੀ ਗਈ ਮਨਾਉਣ ਦੀ, ਪਰ ਉਹਨਾਂ ਦਾ ਜਵਾਬ ਇੱਕ ਹੀ ਸੀ ਕਿ ਇੱਕ ਵਾਰ ਧੋਖਾ ਖਾ ਚੁੱਕੇ ਹਾਂ। ਹੁਣ ਇਸ ਉਮਰ ਵਿੱਚ ਸਾਡੇ ਸਰੀਰ ਵਿੱਚ ਇੰਨੀ ਤਾਕਤ ਨਹੀਂ ਬਚੀ ਹੈ ਕਿ ਵਾਰ-ਵਾਰ ਆਪਣੇ ਬੱਚਿਆਂ ਦੁਆਰਾ ਦਿੱਤੇ ਗਏ ਧੋਖੇ ਝੱਲ ਸਕੀਏ। ਇੰਨਾ ਕਹਿ ਕੇ ਨੇਕ ਚੰਦ ਜੀ ਤੇ ਸਰਿਤਾ ਜੀ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਗਏ। ਨੂੰਹ ਤੇ ਪੁੱਤਰ ਦੁਖੀ ਮਨ ਨਾਲ ਆਪਣੇ ਘਰ ਵਾਪਸ ਆ ਗਏ। ਘਰ ਪਹੁੰਚ ਕੇ ਉਹਨਾਂ ਦੇਖਿਆ ਕਿ ਪਾਪਾ ਜੀ ਦੇ ਕਮਰੇ ਵਿੱਚ ਉਹਨਾਂ ਦੇ ਬਿਸਤਰੇ ਉੱਪਰ ਇੱਕ ਕਾਗਜ਼ ਰੱਖਿਆ ਸੀ ਜੋ ਸ਼ਾਇਦ ਉਹਨਾਂ ਦੀ ਜੇਬ ਵਿੱਚੋਂ ਨਿਕਲ ਕੇ ਡਿੱਗ ਪਿਆ ਸੀ। ਜਦੋਂ ਨੇਕ ਚੰਦ ਜੀ ਦੇ ਪੁੱਤਰ ਨੇ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਪਿਤਾ ਜੀ ਦੀ ਇੱਕ ਕਵਿਤਾ ਲਿਖੀ ਹੋਈ ਸੀ ਕਿ ਕਿਸੇ ਨੇ ਵੇਖਿਆ ਹੈ, ਮੌਤ ਤੋਂ ਪਹਿਲਾਂ ਵੀ ਮੌਤ ਆਉਂਦੀ ਹੈ। ਮੈਂ ਦੇਖਿਆ ਹੈ ਅੱਜ, ਮੌਤ ਤੋਂ ਪਹਿਲਾਂ ਵੀ ਮੌਤ ਆਉਂਦੀ ਹੈ। ਜਦੋਂ ਜ਼ਿੰਦਗੀ ਆਪਣੇ ਆਖਰੀ ਪੜਾਅ 'ਤੇ ਆ ਜਾਂਦੀ ਹੈ, ਸਰੀਰ ਵੀ ਕੰਮ ਨਹੀਂ ਕਰਦਾ, ਕੇਵਲ ਸਾਹ ਹੀ ਆਉਂਦਾ ਜਾਂਦਾ ਹੈ। ਹਾਂ, ਮੈਂ ਦੇਖਿਆ ਹੈ, ਮੌਤ ਤੋਂ ਪਹਿਲਾਂ ਵੀ ਮੌਤ ਆਉਂਦੀ ਹੈ। ਆਪਣੇ ਪਿਤਾ ਦੁਆਰਾ ਲਿਖੇ ਇਹਨਾਂ ਸ਼ਬਦਾਂ ਨੂੰ ਵੇਖ ਕੇ ਉਸ ਦੇ ਪੁੱਤਰ ਦੇ ਦਿਲ ਵਿੱਚ ਪਤਾ ਨਹੀਂ ਕਿੰਨੇ ਤੀਰ ਇੱਕ ਵਾਰ ਵਿੱਚ ਹੀ ਵੱਜੇ ਸੀ। ਨੇਕ ਚੰਦ ਜੀ ਦੀ ਨੂੰਹ ਅਜੇ ਤੱਕ ਆਪਣੀ ਮਾਂ ਦੀ ਹਾਲਤ ਨੂੰ ਦੇਖ ਕੇ ਉਸ ਸਦਮੇ ਵਿੱਚੋਂ ਬਾਹਰ ਨਹੀਂ ਨਿਕਲ ਸਕੀ ਸੀ, ਪਰ ਅੱਜ ਉਹਨਾਂ ਦੋਨਾਂ ਕੋਲ ਪਛਤਾਉਣ ਤੋਂ ਬਿਨਾਂ ਕੁਝ ਵੀ ਬਾਕੀ ਨਹੀਂ ਸੀ ਰਿਹਾ। ਕਿਸੇ ਨੇ ਸਹੀ ਕਿਹਾ ਹੈ, ਸੰਤਾਨ ਦਾ ਵਜੂਦ ਮਾਤਾ-ਪਿਤਾ ਦੀ ਵਜ੍ਹਾ ਨਾਲ ਤੇ ਮਾਤਾ-ਪਿਤਾ ਬਿਰਧ ਆਸ਼ਰਮ ਵਿੱਚ ਹਨ ਤਾਂ ਸੰਤਾਨ ਦੀ ਵਜ੍ਹਾ ਨਾਲ। ਸੋ ਕਹਾਣੀ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ।
ਆਪਣੇ ਨੂੰਹਾਂ ਪੁੱਤਾਂ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹਨਾਂ ਦੀ ਸੋਚ ਬਦਲੀ ਜਾ ਸਕੇ। ਧੰਨਵਾਦ।